ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ BA ਸਮੈਸਟਰ 2 ਪੰਜਾਬੀ ਲਾਜ਼ਮੀ ਦੇ ਵਿੱਚ ਪੁੱਟ ਸਿੱਧ ਨਵਤੇਜ ਭਾਰਤੀ ਦੁਆਰਾ ਲਿਖੇ ਗਏ ਨਿਬੰਧਾਂ ਦੇ ਸੰਗ੍ਰਹਿ ਦੇ ਵਿੱਚ ਆਪਾਂ 6 ਨੰਬਰ ਟੌਪਿਕ ਅੱਜ ਕਵਰ ਕਰਾਂਗੇ। ਇੱਕ ਪੰਕਤੀ ਦਾ ਕਵੀ ਬਹੁਤ ਹੀ ਇੰਪੋਰਟੈਂਟ ਇੰਟਰਸਟਿੰਗ ਵੀਡੀਓ ਹੋਣ ਵਾਲਾ ਹੈ ਅਤੇ ਇਸ ਨੂੰ ਐਂਡ ਤੱਕ ਦੇਖਿਓ। ਨਾਲ ਹੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਬਿਕੋਜ਼ ਬਹੁਤ ਸਾਰੇ ਨੀਡੀ ਪਰਸਨ ਹੈ ਜਿਨ੍ਹਾਂ ਤੱਕ ਮੇਰੀ ਵੀਡੀਓ ਨਹੀਂ ਪਹੁੰਚਦੀ ਹੈਗੀ ਅਤੇ ਨਾਲ ਹੀ ਜਿਹੜਾ ਹੈ ਮੈਨੂੰ ਵੀ ਮੋਟੀਵੇਸ਼ਨ ਆਵੇ। ਸੋ ਇਸ ਕਰਕੇ ਵੀਡੀਓਜ਼ ਨੂੰ ਅਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਤੇ ਨਾਲ ਇੱਕ ਹੋਰ ਵੀ ਗੱਲ ਹੈਗੀ ਹੈ ਕਿ ਜਿਹੜੇ ਵੀ ਵਿਦਿਆਰਥੀ ਰੀਪੇਅਰ ਵਾਲੇ ਨੇ ਉਹ ਵੀ ਇਹੀ ਸਿਲੇਬਸ ਨੂੰ ਫੋਲੋ ਕਰਨਗੇ। ਸੂਰਜ ਮੰਦਿਰ ਦੀਆਂ ਪੌੜੀਆਂ ਪੁਰਾਣੇ ਸਿਲੇਬਸ ਦੇ ਵਿੱਚ ਸੀਗਾ, ਉਹ ਇਸ ਸਾਲ ਡਿਲੀਟ ਕਰ ਦਿੱਤਾ ਗਿਆ ਤੇ ਪੁੱਟ ਸਿੱਧ ਜਿਹੜਾ ਹੈ ਇਨਕਲੂਡ ਕਰ ਦਿੱਤਾ ਗਿਆ। ਤਾਂ ਪੁੱਟ ਸਿੱਧ ਜਿਹੜਾ ਹੈ ਨਵਤੇਜ ਭਾਰਤੀ ਦੇ ਦੁਆਰਾ ਲਿਖਿਆ ਗਿਆ ਨਿਬੰਧਾਂ ਦਾ ਸੰਗ੍ਰਹਿ ਹੀ ਆਪਾਂ ਨੇ ਜਿਹੜਾ ਹੈ ਪੜ੍ਹਨਾ। ਠੀਕ ਹੈ, ਤਾਂ ਰੀਪੇਅਰ ਵਾਲੇ ਵੀ ਆਹੀ ਸਿਲੇਬਸ ਪੜ੍ਹਨਗੇ ਤੇ ਜਿਹੜੇ ਹੋਰ ਬੱਚੇ ਨੇ ਸਾਰੇ ਇਸ ਸਾਲ ਸੈਕਿੰਡ ਸੈਮ 'ਚ ਹੋਏ ਨੇ ਉਹ ਵੀ ਇਹੀ ਵਾਲਾ ਸਿਲੇਬਸ ਫੋਲੋ ਕਰਨਗੇ। ਇੱਕ ਪੰਕਤੀ ਦਾ ਕਵੀ। ਇੱਕ ਪੰਕਤੀ ਦਾ ਕਵੀ ਨਿਬੰਧ ਨਵਤੇਜ ਭਾਰਤੀ ਦੇ ਦੁਆਰਾ ਲਿਖਿਆ ਹੋਇਆ ਨਿਬੰਧ ਹੈ। ਇਸ ਵਿੱਚ ਨਵਤੇਜ ਭਾਰਤੀ ਨੇ ਬਹੁਤ ਹੀ ਬੌਧਿਕ ਪੱਖ ਨੂੰ ਉਜਾਗਰ ਕੀਤਾ, ਛੂਹਿਆ ਹੈਗਾ। ਇਸ ਦਾ ਵਿਸ਼ਾ ਕਵੀ ਦੁਆਰਾ ਲਿਖੀ ਗਈ ਇੱਕ ਪੰਕਤੀ। ਇੱਕ ਪੰਕਤੀ ਕੀ ਹੁੰਦੀ ਹੈ? ਲਾਈਨ। ਤਾਂ ਇੱਕ ਲਾਈਨ ਦੀ ਜਿਹੜੀ ਕਵਿਤਾ ਹੈਗੀ ਹੈ ਇਸ ਵਿੱਚ ਇਹਨੇ ਵਰਡ ਯੂਜ਼ ਕੀਤਾ ਸੀ ਨਕਾਲ। ਤਾਂ ਨਕਾਲ ਸ਼ਬਦ ਦੇ ਇਰਦ ਗਿਰਦ ਜਿਹੜਾ ਹੈ ਇਹ ਨਿਬੰਧ ਘੁੰਮਦਾ। ਤਾਂ ਇਸਨੇ ਇੱਕ ਲਾਈਨ ਲਿਖੀ ਸੀ, ਇੱਕ ਪੰਕਤੀ ਲਿਖੀ ਸੀ, ਉਹਦੇ ਵਿੱਚ ਨਕਾਲ ਵਰਡ ਆਇਆ ਸੀ। ਤਾਂ ਇਸੇ ਕਰਕੇ ਇਹ ਕਹਿੰਦਾ ਵੀ ਮੈਂ ਕਵੀ ਬਣ ਗਿਆ। ਠੀਕ ਹੈ, ਤਾਂ ਬੁਢਾਪੇ ਦੇ ਲਈ ਜਿਹੜਾ ਸ਼ਬਦ ਹੈਗਾ ਨਕਾਲ ਇਹ ਰੂਪਕ ਦੇ ਵਜੋਂ ਵਰਤਿਆ ਜਾਂਦਾ। ਠੀਕ ਹੈ, ਨਕਾਲ ਦੇ ਰੂਪਕ ਦੀ ਅਣਕਿਆਸੇ ਜਿਹੜੇ ਹੈਗੇ ਯਥਾਰਥ ਨੂੰ ਅਣਕਿਆਸੇ, ਠੀਕ ਹੈ, ਅਣਕਿਆਸੇ ਯਥਾਰਥ ਨੂੰ ਸਾਕਾਰ ਕਰਨ ਲਈ ਸਮਰੱਥਾ ਦਾ ਪ੍ਰਗਟਾਵਾ ਜਿਹੜਾ ਹੈ ਨਕਾਲ ਹੈ। ਇਸ ਵਿੱਚ ਇੱਕ ਪੰਕਤੀ ਦੀ ਕਵਿਤਾ ਨੂੰ ਪਿੰਡ ਦਾ ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਵੀ ਸਮਝ ਸਕਦਾ ਸੀ। ਤਾਂ ਇਹਨੇ ਨਿਬੰਧਕਾਰ ਜਿਹੜਾ ਹੈ ਨਵਤੇਜ ਭਾਰਤੀ, ਵੈਸੇ ਤਾਂ ਇਹ ਰਾਈਟਿੰਗਸ ਲੇਖ ਨਿਬੰਧ ਹੀ ਲਿਖਦਾ ਰਿਹਾ, ਕਹਾਣੀਆਂ ਲਿਖਦਾ ਰਿਹਾ, ਲੇਕਿਨ ਜਿਹੜਾ ਹੈ ਕਹਿੰਦਾ ਵੀ ਮੈਨੇ ਇੱਕ ਲਾਈਨ ਜਿਹੜੀ ਸੀਗੀ ਲਿਖੀ ਸੀ, ਇੱਕ ਪੰਕਤੀ ਲਿਖੀ ਸੀਗੀ। ਤਾਂ ਇਹ ਜਿਹੜੀ ਹੈਗੀ ਹੈ ਕਹਿੰਦਾ ਮੈਨੂੰ ਬਹੁਤ ਖੁਸ਼ੀ ਹੋਈ ਇਹ ਲਿਖ ਕੇ ਅਤੇ ਮੈਨੂੰ ਆਨੰਦ ਆਇਆ ਇਸ ਨੂੰ ਲਿਖ ਕੇ। ਲੇਖਕ ਨੇ ਇਹ ਪੰਕਤੀ ਦੀ ਕਵਿਤਾ ਇੱਕ ਦਿਨ ਸਹਿਜ ਸੁਭਾਏ ਬੈਠੇ, ਮਤਲਬ ਬੈਠੇ ਬੈਠੇ ਅਚਾਨਕ ਹੀ ਜਿਹੜੀ ਸੀਗੀ ਇਹ ਲਿਖਤੀ। ਕਿਹੜੀ ਕਵਿਤਾ ਸੀ? ਕਿਹੜੀ ਇੱਕ ਲਾਈਨ ਦੀ ਕਵਿਤਾ ਸੀ ਇਹ? ਜੋਬਨ ਜੀਰ ਗਿਆ ਹੈ ਨਕਾਲ ਨਾਲ ਜਿਉਂ ਰਿਹਾ ਹਾਂ। ਠੀਕ ਹੈ, ਸੋ ਇਹ ਲਾਈਨ ਤੁਸੀਂ ਜ਼ਰੂਰ ਲਿਖ ਕੇ ਆਉਣੀ ਹੈ। ਇਹ ਲਿਖ ਕੇ ਲੇਖਕ ਨੂੰ ਬੜਾ ਆਨੰਦ ਆਇਆ ਕਿ ਮੈਂ ਜਿਹੜੀ ਇਹ ਕਵਿਤਾ ਹੀ ਲਿਖਤੀ ਹੈ। ਠੀਕ ਹੈ, ਲਿਖੀ ਇੱਕ ਲਾਈਨ ਦੀ ਹੈ ਤਾਂ ਕਵਿਤਾ ਲਿਖਤੀ। ਜੋਬਨ ਜੀਰ ਗਿਆ ਹੈ ਮਤਲਬ ਜੋਬਨ ਜਵਾਨੀ ਚਲੀ ਗਈ ਹੈ, ਨਕਾਲ ਨਾਲ ਜਿਉ ਰਿਹਾ ਮਤਲਬ ਬੁਢਾਪੇ ਦੇ ਨਾਲ। ਨਕਾਲ ਕੀ ਹੈ? ਇੱਕ ਰੂਪਕ ਯੂਜ਼ ਕੀਤਾ ਗਿਆ ਬੁਢਾਪੇ ਲਈ। ਤਾਂ ਕਹਿੰਦਾ ਬੁਢਾਪੇ ਨਾਲ ਕੀ ਹਾਂ ਮੈਂ ਜੀਵਨ ਜੀ ਰਿਹਾ ਹਾਂ। ਫਾਈਨ। ਤਾਂ ਇਹ ਲਿਖ ਕੇ ਲੇਖਕ ਨੂੰ ਬੜਾ ਹੀ ਆਨੰਦ ਆਇਆ, ਬੜਾ ਹੀ ਸਵਾਦ ਆਇਆ। ਇਸ ਨੂੰ ਬਾਰ-ਬਾਰ ਪੜ੍ਹ ਕੇ ਉਸਨੇ ਬਹੁਤ ਆਨੰਦ ਮਹਿਸੂਸ ਕੀਤਾ। ਉਸਦੇ ਮਨ ਦੇ ਵਿੱਚ ਇਹ ਆਨੰਦ ਜਿਹੜਾ ਸੀਗਾ, ਆਨੰਦ ਦਾ ਜਿਹੜਾ ਰਹੱਸ ਸੀ, ਭੇਦ ਸੀ, ਉਹ ਜਾਣਨ ਦੀ ਇੱਛਾ ਵਧੀ ਕਿ ਮੇਰੇ ਜਿਹੜਾ ਹੈਗਾ ਇਹ ਕਵਿਤਾ ਜਿਹੜੀ ਹੈਗੀ ਹੈ ਮੈਨੇ ਕਿੱਦਾਂ ਜਿਹੜੀ ਹੈਗੀ ਹੈ ਇਹ ਲਿਖੀ ਹੈ। ਉਸਨੂੰ ਇਹ ਲੱਗਾ ਕਿ ਉਸਦੇ ਪਿੰਡ ਦਾ ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਵੀ ਇਸ ਇੱਕ ਲਾਈਨ ਦੀ ਕਵਿਤਾ ਨੂੰ ਜਿਹੜਾ ਹੈ ਸਮਝ ਸਕਦਾ ਹੈ ਅਤੇ ਆਨੰਦ ਮਾਣ ਸਕਦਾ ਹੈ। ਇਸ ਪੰਕਤੀ ਦੇ ਵਿੱਚ ਆਨੰਦ ਦਾ ਅਸਲੀ ਸੋਮਾ ਕੀ ਸੀ? ਨਕਾਲ ਸ਼ਬਦ। ਕਿਉਂਕਿ ਇਸਨੇ ਆਪਣੇ ਜਿਹੜੀ ਲਾਈਨ ਲਿਖੀ ਸੀ, ਪੰਕਤੀ ਲਿਖੀ ਸੀ, ਉਹਦੇ ਵਿੱਚ ਨਕਾਲ ਸ਼ਬਦ ਯੂਜ਼ ਕੀਤਾ ਸੀ ਬੁਢਾਪੇ ਲਈ। ਕਹਿੰਦਾ ਇਸ ਨੂੰ ਪੜ੍ਹ ਕੇ ਜਿਹੜਾ ਹੈ ਕੋਈ ਵੀ ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਇਸ ਨੂੰ ਪੜ੍ਹ ਸਕਦਾ ਹੈ, ਸਮਝ ਸਕਦਾ ਹੈ ਅਤੇ ਇਹੀ ਅਸਲੀ ਆਨੰਦ ਦਾ, ਠੀਕ ਹੈ, ਸੋਮਾ ਹੈ ਜਿਸ ਨੂੰ ਬੁਢਾਪੇ ਸ਼ਬਦ ਦੇ ਰੂਪਕ ਦੇ ਵਿੱਚੋਂ ਵਰਤਿਆ ਗਿਆ ਸੀ। ਨਕਾਲ ਸ਼ਬਦ ਵਗਦੇ ਖਾਲ ਨੂੰ ਬੰਨ੍ਹ ਲੈਣ, ਜਿਹੜਾ ਖਾਲ ਵਗਦਾ ਹੈ, ਠੀਕ ਹੈ, ਆਪਾਂ ਖੇਤਾਂ ਵਾਲੇ ਨੂੰ ਪਤਾ ਹੀ ਹੈ, ਪਿੰਡ ਵਾਲੇ ਲੋਕਾਂ ਨੂੰ ਖਾਲ ਕੀ ਹੁੰਦਾ? ਜਦੋਂ ਇਹ ਸਪੋਜ਼ ਇਹ ਖੇਤ ਹੈ, ਖੇਤ ਦੇ ਪਾਣੀ ਦੇਣ ਲਈ ਆਲੇ ਦੁਆਲੇ ਜਿਹੜੀ ਹੈਗੀ ਹੈ ਇੱਕ ਖਾਲ ਪੁੱਟੀ ਜਾਂਦੀ ਹੈ ਜਿਸ 'ਚ ਪਾਣੀ ਚੱਲਦਾ ਅਤੇ ਉਹਦੇ 'ਚੋਂ ਬੰਨੇ ਪੱਟ ਕੇ ਜਿਹੜਾ ਹੈਗਾ, ਠੀਕ ਹੈ, ਟੱਕ ਲਗਾ ਕੇ ਜਿਹੜਾ ਹੈ ਖੇਤ 'ਚ ਪਾਣੀ ਦਿੱਤਾ ਜਾਂਦਾ ਅਤੇ ਉਹਨੂੰ ਖਾਲ ਕਹਿੰਦੇ ਆ। ਤਾਂ ਕਹਿੰਦੇ ਨਕਾਲ ਸ਼ਬਦ ਵਗਦੇ ਖਾਲ ਨੂੰ ਬੰਨ੍ਹ ਲਾਉਣ ਮਗਰੋਂ ਬਚੇ ਪਾਣੀ ਨੂੰ, ਜਦੋਂ ਪਾਣੀ ਸੁੱਕ ਜਾਂਦਾ ਉਸ ਨੂੰ ਵੀ ਕਿਹਾ ਜਾਂਦਾ। ਠੀਕ ਹੈ, ਜੋ ਵਗਦਾ ਵਗਦਾ ਕੀ ਹੋ ਜਾਂਦਾ ਹੈ? ਖੇਤ ਵਿੱਚ ਸੁੱਕ ਜਾਂਦਾ। ਇਸ ਰੂਪਕ ਦੀ ਸ਼ਕਤੀ ਬੁਢਾਪੇ ਦਾ ਸਾਰਥਕ ਬਿੰਬ ਦਾ ਵੀ ਚਿਤਰਣ ਕਰਦੀ ਹੈ। ਬੁਢਾਪਾ ਸ਼ਬਦ ਦੀ ਵਰਤੋਂ ਇੱਥੇ ਡਗਮਗਾਉਂਦੇ ਪੈਰ, ਕੰਬਦੇ ਹੱਥ, ਝੋਲੇ ਖਾਂਦੇ ਸਿਰ, ਮਤਲਬ ਜਿਹੜੇ ਹਿੱਲਦੇ ਨੇ ਸਿਰ, ਬੁਢਾਪੇ 'ਚ ਹਿੱਲਣੇ ਸਟਾਰਟ ਹੁੰਦੇ ਨੇ, ਹੱਥ ਕੰਬਣੇ ਸਟਾਰਟ ਹੋ ਜਾਂਦੇ ਨੇ, ਪੈਰ ਡਗਮਗਾਉਂਦੇ ਨੇ, ਅੱਖਾਂ ਅੰਨੀਆਂ ਹੋ ਜਾਂਦੀਆਂ ਨੇ, ਜੀਭ ਥਥਲਾਉਂਦੀ ਹੈ। ਤਾਂ ਕਹਿੰਦੇ ਇਹ ਸਾਰੀਆਂ ਚੀਜ਼ਾਂ ਹੀ ਬੁਢਾਪਾ ਨਹੀਂ ਹੈਗੀਆਂ, ਸਗੋਂ ਮਨੁੱਖ ਦੀ ਮੱਧਮ ਚਾਲ ਜਿਹੜੀ ਹੈ ਹੋ ਜਾਂਦੀ ਹੈ, ਇਹ ਵੀ ਜਿਹੜਾ ਹੈ ਬੁਢਾਪਾ ਹੈ। ਮਤਲਬ ਇਹ ਸਾਰਾ ਕੁਛ ਤਾਂ ਬੁਢਾਪਾ ਹੈ ਹੀ ਹੈ। ਇਸ ਤੋਂ ਇਲਾਵਾ ਜਿਹੜੀ ਚਾਲ ਮੱਧਮ ਹੁੰਦੇ, ਹੁਣ ਦੇਖੋ ਆਪਾਂ ਕਿੰਨੀ ਤੇਜ਼ ਚੱਲਦੇ ਹਾਂ, ਜਵਾਨ ਆ ਹੈ ਨਾ, ਬੁਢਾਪੇ ਦੇ ਵਿੱਚ ਆਪਣੀ ਜਿਹੜੀ ਗਤੀ ਹੈਗੀ ਹੈ, ਚਾਲ ਜਿਹੜੀ ਹੈ ਮੱਧਮ ਹੌਲੀ ਹੋ ਜਾਂਦੀ ਹੈ।
ਜਿਵੇਂ ਨਕਾਲ ਦਾ ਪਾਣੀ ਜਿਹੜਾ ਹੈ ਅੰਤਿਮ ਬੂੰਦ ਤੱਕ ਵਗਦਾ ਰਹਿੰਦਾ ਹੈ। ਠੀਕ ਹੈ, ਜਿਹੜਾ ਨਕਾਲ ਦਾ ਪਾਣੀ ਹੈ ਉਹ ਅੰਤਿਮ ਬੂੰਦ ਤੱਕ ਵਗਦਾ ਰਹਿੰਦਾ ਹੈਗਾ। ਤਾਂ ਇਸੇ ਤਰ੍ਹਾਂ ਮਨੁੱਖ ਆਖਰੀ ਦਮ ਤੱਕ ਜਿਹੜਾ ਹੈ ਤੁਰਦਾ ਰਹਿੰਦਾ ਹੈ। ਠੀਕ ਹੈ, ਨਕਾਲ ਜਿਵੇਂ ਹੁਣ ਕੋਈ ਵੀ ਖਾਲ ਹੈ ਉਸ ਦੇ ਨਾਲ ਵੀ ਇਸ ਨੂੰ ਰੂਪਕ ਦੇ ਵਜੋਂ ਵਰਤਿਆ ਜਾਂਦਾ ਹੈ। ਅਨਪੜ੍ਹ ਲਈ ਵੀ ਬੁਢਾਪੇ ਲਈ ਵੀ ਜਿਹੜਾ ਹੈ ਇਹ ਯੂਜ਼ ਕੀਤਾ ਗਿਆ ਵਰਡ ਨਕਾਲ, ਹੈ ਨਾ। ਤਾਂ ਨਕਾਲ ਦਾ ਅੰਤਿਮ ਬੂੰਦ ਜਿਹੜੀ ਹੈ ਉਹ ਵਗਦੀ ਰਹਿੰਦੀ ਹੈ, ਲੇਕਿਨ ਮਨੁੱਖ ਵੀ ਜਿਹੜਾ ਹੈ ਆਖਰੀ ਦਮ ਤੱਕ ਤੁਰਦਾ ਰਹਿੰਦਾ। ਨਕਾਲ ਦਾ ਜਿਹੜਾ ਪਾਣੀ ਹੈ ਰਚਦਾ ਰਚਦਾ ਧਰਤੀ ਦੇ ਵਿੱਚ ਰਚ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਤੁਰਦਾ ਤੁਰਦਾ ਧਰਤੀ ਦੀ ਤੋੜ ਦੇ ਨਾਲ ਰਲ ਜਾਂਦਾ। ਨਕਾਲ ਦਾ ਪਾਣੀ ਵੀ ਜਿਹੜਾ ਹੈ ਅੰਤਿਮ ਤੁਪਕੇ ਤੱਕ ਕੀ ਹੁੰਦਾ, ਬਹੁਮੁੱਲਾ ਹੁੰਦਾ। ਅਤੇ ਇਵੇਂ ਹੀ ਮਨੁੱਖ ਵੀ ਆਪਣੇ ਅੰਤਿਮ ਸਾਹਾਂ ਤੱਕ ਅਨਮੋਲ ਹੀ ਰਹਿੰਦਾ। ਜਿਵੇਂ ਕਹਿੰਦੇ ਬਹੁਮੁੱਲਾ ਪਾਣੀ ਰਹਿੰਦਾ ਨਾ ਐਂਡ ਤੱਕ, ਇੱਕ ਤੁਪਕਾ ਵੀ ਬਹੁਮੁੱਲਾ ਹੁੰਦਾ, ਐਵੇਂ ਹੀ ਮਨੁੱਖ ਜਿਹੜਾ ਹੈ ਅੰਤਿਮ ਸਾਹਾਂ ਤੱਕ ਅਨਮੋਲ ਹੀ ਰਹਿੰਦਾ। ਠੀਕ ਹੈ, ਤੁਸੀਂ ਦੇਖੋਗੇ ਹਰੇਕ ਮਨੁੱਖ ਦੇ ਸਾਹ ਜਿਹੜੇ ਨੇ ਇੰਪੋਰਟੈਂਟ ਹੁੰਦੇ, ਜੀਵਨ ਜਿਹੜਾ ਇੰਪੋਰਟੈਂਟ ਹੁੰਦਾ, ਬਹੁਮੁੱਲਾ ਹੁੰਦਾ ਤਾਂ ਅਨਮੋਲ ਹੁੰਦਾ। ਲੇਖਕ ਨੂੰ ਯਕੀਨ ਸੀ ਕਿ ਇਸ ਪੰਕਤੀ ਰਾਹੀਂ ਬਹੁਤ ਕੁਝ ਲੋਕਾਂ ਦੇ ਨਾਲ ਉਹ ਸਾਂਝਾ ਕਰ ਸਕਦਾ ਹੈ। ਲੇਖਕ ਅਨੁਸਾਰ ਇਹ ਰੂਪਕ ਜਿਹੜਾ ਹੈ ਸੰਚਾਰ ਦਾ ਮਾਧਿਅਮ ਹੈ। ਜਿਹੜਾ ਇਸਨੇ ਵਰਡ ਯੂਜ਼ ਕੀਤਾ ਕਿਹੜਾ, ਨਕਾਲ, ਕਹਿੰਦਾ ਇਹ ਆਨੰਦ ਦਾ ਸੂਚਕ ਹੈ, ਲੋਕਾਂ ਨੂੰ ਆਨੰਦ ਦੇਗਾ। ਅਤੇ ਇਸਨੇ ਬਹੁਤ ਸਾਰੇ ਲਾਈਕ ਬੁਢੇਪਾ, ਲਾਈਕ ਜਿਹੜੇ ਖਾਲ ਹੈ ਉਸ ਦੇ ਨਾਲ ਵੀ ਜਿਹੜਾ ਹੈ ਨਕਾਲ ਸ਼ਬਦ ਯੂਜ਼ ਕੀਤਾ। ਕਿਸੇ ਸ਼ਬਦ ਦਾ ਰੂਪਕ ਵਿੱਚ ਤਬਦੀਲ ਹੋਣਾ ਚਮਤਕਾਰੀ ਗੱਲ ਹੈ। ਰੂਪਕ ਕਵਿਤਾ ਦਾ ਕੀ ਹੁੰਦਾ, ਸ਼ਿੰਗਾਰ। ਤਾਂ ਇਹ ਇੱਕ ਗਹਿਣਿਆਂ ਦੇ ਵਾਂਗੂ ਜਿਹੜਾ ਹੈ ਕਵਿਤਾ ਦੇ ਵਿੱਚ ਯੂਜ਼ ਕੀਤਾ ਜਾਂਦਾ। ਤਾਂ ਇਸਨੇ ਕਹਿੰਦਾ ਮੈਂ ਨਕਾਲ ਵਰਡ ਯੂਜ਼ ਕੀਤਾ ਤਾਂ ਇਟ ਮੀਨਸ ਮੈਂ ਇੱਕ ਲਾਈਨ ਦੀ ਕਵਿਤਾ ਸਿਰਜਤੀ ਹੈ, ਇੱਕ ਪੰਕਤੀ ਦੀ ਕਵਿਤਾ ਬਣਾ ਦਿੱਤੀ ਹੈ, ਜਿਸ ਨੂੰ ਪੜ੍ਹ ਕੇ ਪਾਠਕਾਂ ਦੇ ਮੂੰਹੋਂ ਜਿਹੜੇ ਹੈ ਵਾਹ ਵਾਹ ਨਿਕਲਦੀ ਹੈ ਵੀ ਮੈਂ ਰੂਪਕ ਕਵਿਤਾ ਦਾ ਸ਼ਿੰਗਾਰ, ਵੀ ਮੈਂ ਰੂਪਕ ਯੂਜ਼ ਕਰਤਾ ਨਕਾਲ ਸ਼ਬਦ ਤੇ ਕਵਿਤਾ ਸਜਾਤੀ। ਤਾਂ ਇਹਨੂੰ ਪੜ੍ਹ ਕੇ ਜਿਹੜਾ ਹੈ ਪਾਠਕਾਂ ਦੇ ਮੂੰਹੋਂ ਵਾਹ ਵਾਹ ਨਿਕਲਦੀ ਹੈ। ਲੇਖਕ ਕਹਿੰਦਾ ਕਿ ਨਕਾਲ ਰੂਪਕ ਰਾਹੀਂ ਉਹ ਜਿਸ ਸੰਸਕ੍ਰਿਤੀ ਵਿੱਚ ਸ਼ਾਮਿਲ ਹੋਇਆ ਸੀ ਉਹ ਖੁਦ ਨਕਾਲ ਵਾਂਗੂ ਅਲੋਪ ਹੁੰਦੀ ਜਾ ਰਹੀ ਹੈ। ਠੀਕ ਹੈ, ਜਿਵੇਂ ਆਪਾਂ ਨੇ ਕਿਹਾ ਨਾ ਕਿ ਜਿਹੜੀ ਖਾਲ ਹੈਗੀ ਆ ਉਹ ਵਗਦੀ ਰਹਿੰਦੀ ਹੈ ਅਤੇ ਬਾਅਦ ਦੇ ਵਿੱਚ ਕੀ ਹੈ ਸੁੱਕ ਜਾਂਦੀ ਹੈ। ਤਾਂ ਕਹਿੰਦਾ ਉਹ ਆਪ ਖੁਦ ਇਸ ਸੰਸਕ੍ਰਿਤੀ 'ਚ ਸ਼ਾਮਿਲ ਹੋਇਆ ਹੈ ਅਤੇ ਖੁਦ ਨਕਾਲ ਵਾਂਗੂ ਜਿਹੜੀ ਸੰਸਕ੍ਰਿਤੀ ਅਲੋਪ ਹੁੰਦੀ ਜਾ ਰਹੀ ਹੈ। ਤਾਂ ਇਸ ਰੂਪਕ ਦੀ ਇਹ ਵੀ ਇੱਕ ਪਰਤ ਹੈ, ਮਤਲਬ ਕਿੰਨੀ ਤਰ੍ਹਾਂ ਨਾਲ ਉਸਨੇ ਰੂਪਕ ਨੂੰ ਯੂਜ਼ ਕੀਤਾ। ਤਾਂ ਲੇਖਕ ਕਹਿੰਦਾ ਕਿ ਪਿੰਡ ਦੇ ਲੋਕ ਉਸ ਨੂੰ ਆਪਣਾ ਕਵੀ ਸਮਝਦੇ ਸੀਗੇ, ਜਦਕਿ ਉਹ ਕੀ ਨਿਬੰਧ ਲਿਖਦਾ ਸੀ, ਲੇਕਿਨ ਜਿਹੜੇ ਪਿੰਡ ਦੇ ਕਵੀ ਨੇ ਉਸ ਨੂੰ ਕੀ ਹੈਗੇ ਨੇ ਆਪਣਾ ਕਵੀ ਸਮਝਦੇ। ਤਾਂ ਆਪਾਂ ਨੇ ਪਿੱਛੇ ਵੀ ਇਹਦੀ ਨਿਬੰਧ ਪੜ੍ਹਿਆ ਨਾ ਕਿ ਰੋਡਿਆਂ ਦਾ ਪਿੰਡ ਦਾਸ ਦਾ ਟਿਕਾਣਾ। ਤਾਂ ਉੱਥੇ ਜਿਹੜਾ ਲਾਹੌਰਾ ਸਿੰਘ ਹੈ ਨਾ, ਉਹ ਉਸਨੂੰ ਕੀ ਸਮਝਦਾ, ਕਹਿੰਦਾ ਵੀ ਤੈਨੂੰ ਕਵੀ ਜਿਹੜਾ ਹੈ ਤੂੰ ਆਪਣੇ ਪਿੰਡ ਦਾ ਕਵੀ ਜਿਹੜਾ ਹੈ ਕਵਿਤਾ ਦੇ ਵਿੱਚ ਆਪਣੀ ਦੇ ਵਿੱਚ ਆਪਣੇ ਪਿੰਡ ਦਾ ਜਿਹੜਾ ਹੈ ਨਾਮ ਜ਼ਰੂਰ ਲਿਖਿਆ ਕਰ। ਤਾਂ ਉਸਨੇ ਇਹੀ ਗੱਲ ਕਹੀ ਸੀ ਨਾ। ਤਾਂ ਬਹੁਤ ਸਾਰੇ ਲੋਕ ਜਿਹੜੇ ਇਹਦੇ ਪਿੰਡ ਦੇ ਸੀ ਉਹ ਇਸਨੂੰ ਕੀ ਸਮਝਦੇ ਸੀ, ਕਵੀ ਸਮਝਦੇ ਸੀਗੇ। ਠੀਕ ਹੈ, ਤਾਂ ਇਹਨੇ ਜਿਹੜੀ ਆਹ ਲਾਈਨ ਲਿਖੀ ਤਾਂ ਹੁਣ ਇਹ ਕਹਿਣ ਲੱਗਿਆ ਕਿ ਹਾਂ ਹੁਣ ਮੈਨੂੰ ਤੁਸੀਂ ਕਵੀ ਕਹਿ ਸਕਦੇ ਹੋ, ਪਰ ਕਦੇ ਉਸਨੇ ਆਪਣੇ ਆਪ ਨੂੰ ਇਸ ਯੋਗ ਨਹੀਂ ਸਮਝਿਆ ਕਿ ਉਹ ਕਵੀ ਕਹਿਣ। ਪਰ ਇਹ ਪੰਕਤੀ ਲਿਖ ਕੇ ਉਸਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਹ ਹੁਣ ਤਾਂ ਸੱਚੀ ਮੁੱਚੀ ਪਿੰਡ ਦਾ ਕਵੀ ਬਣ ਗਿਆ ਹੈ। ਕਿਉਂਕਿ ਉਸਨੇ ਕੀ ਲਿਖਤੀ ਸੀ, ਹੁਣ ਇੱਕ ਲਾਈਨ ਦੀ ਪੰਕਤੀ ਦੀ ਕਵਿਤਾ ਲਿਖਤੀ ਸੀ। ਇਸ ਨਿਬੰਧ ਦਾ ਜਿਹੜਾ ਵਿਸ਼ਾ ਹੈ ਬੜਾ ਸਰਲ ਹੈ, ਸੁਚੱਜਾ ਹੈ, ਰੋਚਕ ਹੈ। ਰੂਪਕ ਦੀ ਵਰਤੋਂ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਗਈ ਹੈ। ਇਸ ਨਿਬੰਧ ਨੂੰ ਪੜ੍ਹ ਕੇ ਜਿਹੜਾ ਹੈ ਬਹੁਤ ਹੀ ਆਨੰਦ ਆਉਂਦਾ ਹੈ। ਸੋ ਸ਼ਾਰਟ ਕੁਐਸਚਨ ਵੀ ਕਵਰ ਕਰਾਂਗੇ। ਇੱਕ ਪੰਕਤੀ ਦਾ ਕਵੀ ਨਿਬੰਧ ਦਾ ਵਿਸ਼ਾ ਕੀ ਹੈ? ਤਾਂ ਇਸ ਨਿਬੰਧ ਦਾ ਜਿਹੜਾ ਵਿਸ਼ਾ ਹੈ ਕਵੀ ਦੁਆਰਾ ਲਿਖੀ ਗਈ ਇੱਕ ਪੰਕਤੀ ਦੀ ਕਵਿਤਾ ਵਿੱਚ ਬੁਢਾਪੇ ਲਈ ਵਰਤੇ ਸ਼ਬਦ ਨਕਾਲ ਦੇ ਰੂਪਕ ਦੀ ਅਣਕਿਆਸੇ ਯਥਾਰਥ ਨੂੰ ਸਾਕਾਰ ਕਰਨ ਲਈ ਸਮਰੱਥਾ ਦਾ ਪ੍ਰਗਟਾਵਾ ਹੈ। ਠੀਕ ਹੈ, ਨਕਾਲ ਸ਼ਬਦ ਦਾ ਰੂਪਕ ਜਿਹੜਾ ਹੈ ਅਣਕਿਆਸੇ ਯਥਾਰਥ ਨੂੰ ਸਾਕਾਰ ਕਰਨ ਲਈ ਜਿਹੜਾ ਹੈ ਉਸਦੀ ਸਮਰੱਥਾ ਦਾ ਪ੍ਰਗਟਾਵਾ ਹੈ, ਜਿਸ ਨੂੰ ਪਿੰਡ ਦਾ ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਵੀ ਸਮਝ ਸਕਦਾ ਸੀ, ਜਿਹੜੀ ਇਸਨੇ ਪੋਇਮ ਦੀ ਇੱਕ ਲਾਈਨ ਲਿਖੀ ਸੀ। ਇਸ ਇੱਕ ਪੰਕਤੀ ਦਾ ਕਵੀ ਨਿਬੰਧ ਦਾ ਉਦੇਸ਼ ਕੀ ਹੈ? ਤਾਂ ਇਸ ਨਿਬੰਧ ਦਾ ਉਦੇਸ਼ ਹੈ ਕਿ ਕਿਵੇਂ ਲੇਖਕ ਇੱਕ ਪੰਕਤੀ ਦੀ ਕਵਿਤਾ ਲਿਖ ਕੇ ਉਸ ਵਿੱਚ ਵਰਤੇ ਨਕਾਲ ਦੇ ਰੂਪਕ ਨੂੰ ਬੁਢਾਪੇ ਦੇ ਚਿੰਨ੍ਹ ਵਜੋਂ ਵਰਤ ਕੇ ਜਿਹੜਾ ਹੈ ਬਹੁਤ ਇਸ ਨੂੰ ਆਨੰਦ ਆਇਆ ਸੀ। ਉਸ ਨੂੰ ਜਾਪਿਆ ਕਿ ਉਹ ਕਵੀ ਬਣ ਗਿਆ ਪਿੰਡ ਦਾ, ਅਤੇ ਨਾਲ ਹੀ ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਵੀ ਜਿਹੜਾ ਹੈ ਇਸ ਕਵਿਤਾ ਨੂੰ ਜਿਹੜਾ ਹੈ ਸੋਚ ਸਕਦਾ, ਸਮਝ ਸਕਦਾ। ਅਤੇ ਇਸ ਤਰ੍ਹਾਂ ਉਹ ਸੱਚਮੁੱਚ ਹੀ ਪਿੰਡ ਦਾ ਕਵੀ ਬਣ ਗਿਆ, ਕਿਉਂਕਿ ਇਸ ਨੂੰ ਲੋਕ ਕੀ ਇਸਦੇ ਪਿੰਡ ਦੇ ਕੀ ਕਹਿੰਦੇ ਸੀ, ਰੋਡੇ ਪਿੰਡ ਤੋਂ ਸੀ ਨਾ ਇਹ, ਤਾਂ ਇਸ ਨੂੰ ਲੋਕ ਕਵੀ ਕਹਿੰਦੇ ਸੀ, ਲੇਕਿਨ ਅਸਲ ਦੇ ਵਿੱਚ ਇਹ ਨਿਬੰਧ ਵਗੈਰਾ ਲਿਖਦਾ ਸੀ। ਨਕਾਲ ਸ਼ਬਦ ਦੇ ਕੀ ਅਰਥ ਨੇ? ਨਕਾਲ ਜਿਹੜਾ ਹੈ ਵਗਦੇ ਖਾਲ ਨੂੰ ਬੰਨ੍ਹ ਲਾਉਣ ਪਿੱਛੋਂ ਜਿਹੜਾ ਪਾਣੀ ਬਚ ਜਾਂਦਾ ਹੈ ਅਤੇ ਵਗਦਾ ਵਗਦਾ ਖੇਤ 'ਚ ਜਾ ਕੇ ਮੁੱਕ ਜਾਂਦਾ, ਸੁੱਕ ਜਾਂਦਾ, ਤਾਂ ਉਸ ਨੂੰ ਵੀ ਨਕਾਲ ਕਹਿੰਦੇ ਆ, ਬੁਢੇਪੇ ਨੂੰ ਵੀ ਨਕਾਲ ਕਹਿੰਦੇ ਆ। ਠੀਕ ਹੈ, ਅਤੇ ਜਿਹੜਾ ਪਾਣੀ ਸੁੱਕ ਜਾਂਦਾ ਉਸ ਨੂੰ ਵੀ ਜਿਹੜਾ ਹੈ ਨਕਾਲ ਕਹਿੰਦੇ ਆ।
ਨਕਾਲ ਸ਼ਬਦ ਉਮਰ ਦੇ ਕਿਹੜੇ ਹਿੱਸੇ ਦੇ ਰੂਪਕ ਲਈ ਵਰਤਿਆ ਗਿਆ ਸੀ? ਜਦੋਂ ਜ਼ਿੰਦਗੀ ਦੀ ਤੋੜ ਜਿਹੜੀ ਹੈ ਮੱਧਮ ਹੋ ਜਾਂਦੀ ਹੈ ਉਸ ਦੇ ਲਈ ਵੀ ਯੂਜ਼ ਕੀਤਾ ਗਿਆ। ਦੇਖੋ ਕਿੰਨੀ ਤਰੀਕੇ ਨਾਲ ਯੂਜ਼ ਕੀਤਾ ਗਿਆ। ਇੱਕ ਪੰਕਤੀ ਦੀ ਕਵਿਤਾ ਲਿਖ ਕੇ ਲੇਖਕ ਨੂੰ ਕੀ ਵਿਸ਼ਵਾਸ ਹੋ ਗਿਆ ਕਿ ਮੈਂ ਤਾਂ ਸੱਚਮੁੱਚ ਹੀ ਪਿੰਡ ਦਾ ਕੀ ਬਣ ਗਿਆ, ਕਵੀ ਬਣ ਗਿਆ। ਠੀਕ ਹੈ, ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ। ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ। ਥੈਂਕ ਯੂ ਸੋ ਮਚ।